हाँ जी प्यारे बच्चों नमस्कार। अज आप गल करांगे पंजवीं जमात पंजाबी पुस्तक पाठ नंबर 5 सतरंगी तितली। इस पाठ ਨੂੰ पढ़ांगे ਅਤੇ इस पाठ के प्रश्न उत्तर भी करांगे। इस तो इलावा तुसी बाकी पाठां के प्रश्न उत्तर प्लेलिस्ट ਦੇ ਵਿੱਚ ਜਾ ਕੇ देख सकते हो। प्लेलिस्ट का लिंक इस वीडियो की डिस्क्रिप्शन ਦੇ ਵਿੱਚ ਦੇ ਦੇਵਾਂਗੇ, जिस ਦੇ ਵਿੱਚ ਸਾਰੇ ਪਾਠਾਂ ਦੇ प्रश्न उत्तर वाली वीडियो ऐड की हुई है। ਡੱਬਾ ਖਰਗੋਸ਼ उस दिन शरारती रौब ਵਿੱਚ ਸੀ। ਉਹ ਸਤਰੰਗੀ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਘਾਹ ਨੇ ਆਖਿਆ, ਡੱਬੇ ਖਰਗੋਸ਼ ਤੂੰ ਸਾਨੂੰ ਲਿਤਾੜ ਰਿਹਾ ਏਂ। ਪੌਦਿਆਂ ਨੇ ਆਖਿਆ, ਤੂੰ ਸਾਡੀਆਂ ਟਾਹਣੀਆਂ ਭੰਨ ਰਿਹਾ ਏਂ। ਡੱਬੇ ਖਰਗੋਸ਼ ਨੂੰ ਕੋਈ ਪਰਵਾਹ ਨਹੀਂ ਸੀ। ਉਹ ਹਰ ਹੀਲੇ ਤਿਤਲੀ ਨੂੰ ਫੜਨਾ ਚਾਹੁੰਦਾ ਸੀ। ਤਿਤਲੀ ਉੱਡ ਕੇ ਕਦੀ ਇੱਕ ਝਾੜੀ ਉੱਤੇ ਜਾ ਬੈਠਦੀ ਸੀ ਤੇ ਕਦੀ ਦੂਜੀ ਉੱਤੇ, ਪਰ ਡੱਬਾ ਖਰਗੋਸ਼ ਉਹਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ। ਤਿਤਲੀ ਵੀ ਬਾਰ-ਬਾਰ ਆਪਣੇ ਆਪ ਨੂੰ ਬਚਾਉਂਦੀ ਹੋਈ ਹੱਫ ਗਈ ਸੀ। ਉਹ ਸਾਹੋਂ ਸਾਹ ਹੋਈ ਬੋਲੀ, ਡੱਬੇ ਵੀਰੇ ਤੂੰ ਮੇਰੇ ਪਿੱਛੇ ਕਿਉਂ ਪਿਆ ਏਂ? ਮੈਂ ਤਾਂ ਬਹੁਤ ਨਿੱਕੀ ਹਾਂ, ਤੂੰ ਮੈਨੂੰ ਵੇਖ ਤਾਂ ਸਕਦਾ ਏਂ ਨਾ। ਤੂੰ ਇੰਨੀ ਵੀ ਨਿੱਕੀ ਨਹੀਂ ਕਿ ਮੈਂ ਤੈਨੂੰ ਵੇਖ ਨਾ ਸਕਾਂ। ਖਰਗੋਸ਼ ਬੋਲਿਆ। ਤਿਤਲੀ ਨੇ ਲੰਮਾ ਸਾਹ ਭਰਿਆ। ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ, ਫਿਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏਂ? ਬਸ ਤੈਨੂੰ ਵੇਖ ਕੇ ਮੈਨੂੰ ਖਿਝ ਆ ਰਹੀ ਹੈ। ਤੂੰ ਐਵੇਂ ਫਜ਼ੂਲ ਜਿਹੀ ਚੀਜ਼ ਏਂ, ਤੈਨੂੰ ਤਾਂ ਹਵਾ ਵੀ ਜਿੱਧਰ ਮਰਜ਼ੀ ਉਡਾ ਕੇ ਲੈ ਜਾਵੇ, ਖਰਗੋਸ਼ ਨੇ ਕਿਹਾ। ਫਜ਼ੂਲ ਤਾਂ ਕੁਝ ਵੀ ਨਹੀਂ ਹੁੰਦਾ। ਹਰ ਇੱਕ ਜੀਵ ਦੀ ਆਪਣੀ ਲੋੜ ਹੈ, ਆਪਣਾ ਕੰਮ ਹੈ। ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਸ਼ਕਤੀ ਹੈ। ਤਿਤਲੀ ਕਹਿਣ ਲੱਗੀ। ਸ਼ਕਤੀ? ਡੱਬਾ ਖਰਗੋਸ਼ ਹੱਸਣ ਲੱਗਾ। ਪਰ ਮੈਨੂੰ ਤੇਰੇ ਵਿੱਚ ਤਾਂ ਇਹੋ ਜਿਹੀ ਕੋਈ ਸ਼ਕਤੀ ਨਹੀਂ ਦਿਸਦੀ। ਕੀ ਪਤਾ? ਤਿਤਲੀ ਨੇ ਕਿਹਾ। ਜੇ ਇਹ ਗੱਲ ਹੈ ਤਾਂ ਹੋ ਜਾਏ ਇੱਕ ਮੁਕਾਬਲਾ। ਆਪਾਂ ਸਾਡੇ ਘੁਰਨਿਆਂ ਤੱਕ ਜਾਵਾਂਗੇ, ਵੇਖਦੇ ਹਾਂ ਉੱਥੇ ਕੌਣ ਪਹਿਲਾਂ ਪਹੁੰਚਦਾ ਏ, ਖਰਗੋਸ਼ ਹੰਕਾਰ ਵਿੱਚ ਬੋਲਿਆ। ਬਸ ਫੇਰ ਕੀ ਸੀ, ਦੋਹਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਡੱਬਾ ਖਰਗੋਸ਼ ਪਲ ਛਿਣ ਵਿੱਚ ਹੀ ਟਪੂਸੀਆਂ ਮਾਰਦਾ ਨਜ਼ਰਾਂ ਤੋਂ ਓਹਲੇ ਹੋ ਗਿਆ। ਤਿਤਲੀ ਆਪਣੇ ਸਤਰੰਗੇ ਪਰਾਂ ਨੂੰ ਹਿਲਾਉਂਦੀ ਹੋਈ ਉਹਦੇ ਪਿੱਛੇ ਪਿੱਛੇ ਉੱਡ ਪਈ। ਉਹ ਬਹੁਤ ਦੇਰ ਤੱਕ ਉੱਡਦੀ ਰਹੀ। ਅੱਗੇ ਪਹੁੰਚੀ ਤਾਂ ਉਹਨੂੰ ਝੀਲ ਦੇ ਕਿਨਾਰੇ ਡੱਬਾ ਖਰਗੋਸ਼ ਨਿਮੋਝੂ ਨਾ ਹੋਇਆ ਬੈਠਾ ਦਿਸ ਪਿਆ। ਤੂੰ ਖਲੋ ਕਿਉਂ ਗਿਆ ਏਂ? ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਖਿਆ। ਅੱਗੇ ਝੀਲ ਜੂ ਹੈ, ਜੇ ਮੈਂ ਪਾਣੀ ਉੱਤੇ ਪੈਰ ਰੱਖਿਆ ਤਾਂ ਡੁੱਬ ਜਾਵਾਂਗਾ, ਫੇਰ ਮੇਰੇ ਕੋਲੋਂ ਪਾਣੀ 'ਚੋਂ ਨਿਕਲਿਆ ਨਹੀਂ ਜਾਣਾ। ਤਿਤਲੀ ਉੱਡ ਕੇ ਪਾਣੀ ਉੱਤੇ ਤਰ ਰਹੇ ਇੱਕ ਪੱਤੇ ਉੱਤੇ ਬੈਠ ਗਈ। ਵੇਖ, ਝੀਲ ਮੈਨੂੰ ਕੁਝ ਨਹੀਂ ਕਹਿ ਰਹੀ। ਡੱਬਾ ਖਰਗੋਸ਼ ਚੁੱਪ ਰਿਹਾ। ਮੈਂ ਤਾਂ ਉੱਡ ਕੇ ਵੀ ਝੀਲ ਦੇ ਪਾਰ ਜਾ ਸਕਦੀ ਹਾਂ, ਤਿਤਲੀ ਨੇ ਡੱਬੇ ਖਰਗੋਸ਼ ਨੂੰ ਕਿਹਾ। ਮੈਂ ਉੱਡ ਨਹੀਂ ਸਕਦਾ। ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਬੇਬਸੀ ਸੀ। ਕੋਈ ਗੱਲ ਨਹੀਂ, ਤੂੰ ਉੱਤੋਂ ਦੀ ਬਲ ਦੇ ਕੇ ਝੀਲ ਦੇ ਅਗਲੇ ਪਾਰ ਪਹੁੰਚ, ਉੱਥੇ ਆਪਾਂ ਮੁਕਾਬਲਾ ਫਿਰ ਸ਼ੁਰੂ ਕਰ ਲਵਾਂਗੇ, ਸਤਰੰਗੀ ਤਿਤਲੀ ਨੇ ਡੱਬੇ ਖਰਗੋਸ਼ ਨੂੰ ਆਪਣੱਤ ਨਾਲ ਆਖਿਆ। ਡੱਬੇ ਖਰਗੋਸ਼ ਦੇ ਜਾਣ ਪਿੱਛੋਂ ਤਿਤਲੀ ਉੱਡੀ ਤੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਡੱਬੇ ਖਰਗੋਸ਼ ਦਾ ਹਾਲੇ ਕਿਧਰੇ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ। ਸਾਹਮਣੇ ਫੁੱਲਾਂ ਦੀ ਵਾਦੀ ਸੀ। ਫੁੱਲਾਂ ਦੀ ਵਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਉਹ ਕੁਝ ਚਿਰ ਉੱਥੇ ਬੈਠੀ ਰਹੀ ਤੇ ਫਿਰ ਫੁੱਲਾਂ ਵੱਲ ਉੱਡ ਪਈ। ਉਹ ਕਦੀ ਇੱਕ ਫੁੱਲ ਕੋਲ ਜਾਂਦੀ ਤੇ ਕਦੀ ਦੂਜੇ ਕੋਲ। ਇੱਕ ਘੁਰਨੇ ਕੋਲ ਬੈਠਾ ਇੱਕ ਬੁੱਢਾ ਖਰਗੋਸ਼ ਚੁੱਪਚਾਪ ਤਿਤਲੀ ਨੂੰ ਵੇਖਦਾ ਰਿਹਾ। ਤਿਤਲੀ ਉਹਦੇ ਨੇੜੇ ਆਈ ਤਾਂ ਉਹ ਮੁਸਕਰਾਇਆ। ਸਤਰੰਗੀ ਤਿਤਲੀ ਇੱਕ ਫੁੱਲ ਉੱਤੇ ਬੈਠ ਗਈ। ਬਾਬਾ ਖਰਗੋਸ਼, ਇੱਥੇ ਤਾਂ ਬਹੁਤ ਸੋਹਣੇ ਸੋਹਣੇ ਫੁੱਲ ਨੇ। ਹਾਂ, ਬਹੁਤ ਸੋਹਣੇ ਨੇ, ਬਿਲਕੁਲ ਤੇਰੇ ਸਤਰੰਗੇ ਪਰਾਂ ਵਰਗੇ। ਬੁੱਢਾ ਖਰਗੋਸ਼ ਹੱਸਿਆ। ਜੇ ਤੈਨੂੰ ਇਹ ਫੁੱਲ ਇੰਨੇ ਚੰਗੇ ਲੱਗਦੇ ਨੇ ਤਾਂ ਤੂੰ ਇੱਥੇ ਹੀ ਰਹਿ। ਇੰਨੇ ਸਾਰੇ ਫੁੱਲਾਂ ਵਿੱਚ ਰਹਿਣ ਨੂੰ ਮੇਰਾ ਵੀ ਜੀ ਕਰਦਾ ਹੈ, ਪਰ ਕੀ? ਬੁੱਢਾ ਖਰਗੋਸ਼ ਪੁੱਛਣ ਲੱਗਾ। ਸਤਰੰਗੀ ਤਿਤਲੀ ਹਾਲੇ ਮੂੰਹੋਂ ਕੁਝ ਬੋਲਣ ਹੀ ਲੱਗੀ ਸੀ ਕਿ ਸਾਹੋਂ ਸਾਹ ਹੋਇਆ ਡੱਬਾ ਖਰਗੋਸ਼ ਵੀ ਉੱਥੇ ਪਹੁੰਚ ਗਿਆ। ਚੱਲ ਹੁਣ ਇੱਥੋਂ ਫਿਰ ਮੁਕਾਬਲਾ ਸ਼ੁਰੂ ਕਰਦੇ ਹਾਂ।
ਡੱਬਾ ਖਰਗੋਸ਼ ਹਫਦਾ ਹੋਇਆ ਬੋਲਿਆ। ਇਸ ਤੋਂ ਅੱਗੇ ਤਾਂ ਨਦੀ ਹੈ। ਤਿਤਲੀ ਬੋਲੀ, ਹਾਂ ਇਸ ਤੋਂ ਅੱਗੇ ਤਾਂ ਨਦੀ ਹੈ। ਡੱਬੇ ਖਰਗੋਸ਼ ਨੂੰ ਨਦੀ ਦਾ ਚੇਤਾ ਹੀ ਨਹੀਂ ਸੀ ਰਿਹਾ। ਉਸ ਹਾਰਿਆਂ ਵਾਂਗ ਸਿਰ ਸੁੱਟ ਲਿਆ। ਡੱਬੇ, ਮੈਨੂੰ ਪਤਾ ਹੈ ਤੂੰ ਬਹੁਤ ਤੇਜ਼ ਦੌੜਦਾ ਹੈ, ਇਸ ਲਈ ਮੈਂ ਹਾਰ ਮੰਨ ਲੈਨੀ ਹਾਂ। ਤਿਤਲੀ ਉੱਡ ਕੇ ਉਹਦੇ ਕੋਲ ਜਾ ਬੈਠੀ। ਹੁਣ ਤਾਂ ਤੂੰ ਖੁਸ਼ ਹੈ? ਡੱਬੇ ਖਰਗੋਸ਼ ਨੇ ਹੈਰਾਨ ਹੋ ਕੇ ਤਿਤਲੀ ਵੱਲ ਵੇਖਿਆ। ਮੈਨੂੰ ਆਲੇ ਭੋਲੇ ਖਰਗੋਸ਼ ਬਹੁਤ ਚੰਗੇ ਲੱਗਦੇ ਨੇ। ਤੈਨੂੰ ਦੇਖ ਕੇ ਸਭ ਨੂੰ ਖੁਸ਼ੀ ਮਿਲਦੀ ਹੈ। ਸਤਰੰਗੀ ਤਿਤਲੀ ਨੇ ਮੁਸਕਰਾਉਂਦਿਆਂ ਹੋਇਆਂ ਖਰਗੋਸ਼ ਨੂੰ ਕਿਹਾ, ਜੇ ਖਰਗੋਸ਼ ਮੇਰੇ ਦੋਸਤ ਹੋ ਜਾਣ ਤਾਂ ਮੈਂ ਇੱਥੇ ਹੀ ਰਹਿ ਪਵਾਂ, ਨਹੀਂ ਤਾਂ ਚਲੀ ਜਾਵਾਂ। ਬੁੱਢੇ ਖਰਗੋਸ਼ ਨੂੰ ਡੱਬੇ ਖਰਗੋਸ਼ ਤੇ ਸਤਰੰਗੀ ਤਿਤਲੀ ਵਿਚਕਾਰ ਹੋਈ ਪਹਿਲੀ ਗੱਲ ਦਾ ਕੁਝ ਪਤਾ ਨਹੀਂ ਸੀ। ਉਸਨੇ ਆਖਿਆ, ਸਤਰੰਗੀ ਤਿਤਲੀਏ, ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ? ਅਸੀਂ ਤਾਂ ਸਭ ਦੇ ਦੋਸਤ ਹਾਂ, ਫੁੱਲਾਂ ਦੇ ਵੀ, ਤਿਤਲੀਆਂ ਦੇ ਵੀ। ਜੇ ਤਿਤਲੀਆਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਨਾ ਲੈ ਕੇ ਜਾਣ ਤਾਂ ਫੁੱਲਾਂ ਦੇ ਬੀਜ ਕਿਵੇਂ ਬਣਨ, ਫੁੱਲ ਕਿਵੇਂ ਖਿੜਨ, ਜੰਗਲ ਟਾਪੂ ਸੋਹਣੇ ਕਿਵੇਂ ਲੱਗਣ? ਤੂੰ ਇੱਥੇ ਹੀ ਰਹਿ, ਅਸਲ ਵਿੱਚ ਇਹ ਤੇਰੀ ਹੀ ਥਾਂ ਹੈ। ਡੱਬਾ ਖਰਗੋਸ਼ ਸ਼ਰਮਸ਼ਾਰ ਹੋਇਆ ਬੈਠਾ ਸੀ। ਉਹ ਬੋਲਿਆ, ਸਤਰੰਗੀ ਤਿਤਲੀਏ, ਤੂੰ ਜਿਹੜੀ ਗੱਲ ਸਮਝਾਉਣੀ ਸੀ ਮੈਨੂੰ ਉਸ ਦੀ ਸਮਝ ਲੱਗ ਗਈ ਹੈ। ਮੈਂ ਹਉਮੈ ਦੇ ਰੌ ਵਿੱਚ ਮੂਰਖ ਹੋ ਗਿਆ ਸਾਂ। ਤੂੰ ਖੁਦ ਨੂੰ ਹਾਰਿਆ ਕਹਿ ਕੇ ਵੀ ਜਿੱਤ ਗਈ ਹੈ। ਤੇਰੀ ਇਸ ਸ਼ਕਤੀ ਦੇ ਸਾਹਮਣੇ ਤਾਂ ਕੋਈ ਵੀ ਮਾਤ ਖਾ ਜਾਵੇ। ਔਖੇ ਸ਼ਬਦਾਂ ਦੇ ਅਰਥ। ਸ਼ਰਾਰਤੀ ਰੌ, ਚੰਬਲਣਾ, ਹੀਲਾ ਤਰੀਕਾ, ਹਫਣਾ, ਸਾਹ ਚੜ੍ਹਨਾ, ਥੱਕਣਾ, ਕੁਰਨਾ, ਖਰਗੋਸ਼ ਦੇ ਰਹਿਣ ਦੀ ਥਾਂ, ਓਹਲੇ, ਅੱਖਾਂ ਤੋਂ ਪਰੇ, ਬੇਬਸੀ, ਬਸ ਵਿੱਚ ਨਾ ਹੋਣਾ, ਆਪਣੱਤ, ਆਪਣਾਪਣ, ਸਾਹੋਂ ਸਾਹ ਹੋਣਾ, ਸਾਹ ਚੜ੍ਹਨਾ ਜਾਂ ਥੱਕ ਜਾਣਾ, ਲਿਤਾੜਨਾ, ਮਿੱਧਣਾ, ਖਰਾਬ ਕਰਨਾ, ਚੈਨ, ਆਰਾਮ, ਲੰਮਾ ਸਾਹ ਭਰਨਾ, ਹੌਂਕਾ ਲੈਣਾ, ਪਲ ਛਿਣ, ਬਹੁਤ ਜਲਦੀ, ਨਿਮੋਝੂਣਾ, ਉਦਾਸ, ਬਲ ਦੇ ਕੇ, ਉੱਪਰੋਂ ਦੀ ਘੁੰਮ ਕੇ, ਫੁੱਲਾਂ ਦੀ ਵਾਦੀ, ਜਿੱਥੇ ਬਹੁਤ ਸਾਰੇ ਫੁੱਲ ਲੱਗੇ ਹੋਣ, ਸਿਰ ਸੁੱਟ ਲੈਣਾ, ਹੌਸਲਾ ਛੱਡ ਦੇਣਾ। ਫੁੱਲਾਂ ਦਾ ਧੂੜਾ, ਫੁੱਲਾਂ ਦੇ ਪਰਾਗ ਕਣ, ਫੁੱਲਾਂ ਉੱਤੇ ਪਿਆ ਆਟੇ ਵਰਗਾ ਪਦਾਰਥ। ਟਾਪੂ, ਸਮੁੰਦਰ ਦੇ ਵਿਚਕਾਰ ਖਾਲੀ ਥਾਂ। ਹਉਮੈ, ਹੰਕਾਰ, ਆਲੇ ਭੋਲੇ, ਭੋਲੇ ਭਾਲੇ। ਖੁਸ਼, ਖੁਦ, ਆਪ, ਮਾਤ ਖਾ ਜਾਣਾ, ਹਾਰ ਜਾਣਾ। ਕੁਝ ਹੋਰ ਯਾਦ ਰੱਖਣ ਯੋਗ ਗੱਲਾਂ। ਸਾਨੂੰ ਆਪਣੇ ਆਪ ਉੱਤੇ ਘਮੰਡ ਨਹੀਂ ਕਰਨਾ ਚਾਹੀਦਾ। ਕਿਸੇ ਵੀ ਜੀਵ ਜੰਤੂ ਨੂੰ ਫਜ਼ੂਲ ਨਹੀਂ ਸਮਝਣਾ ਚਾਹੀਦਾ। ਹਰ ਇੱਕ ਜੀਵ ਜੰਤੂ ਵਿੱਚ ਕੋਈ ਖਾਸ ਗੁਣ ਹੁੰਦਾ ਹੈ। ਸਾਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪਣੀ ਗਲਤੀ ਮੰਨ ਲੈਣਾ ਇੱਕ ਚੰਗਾ ਗੁਣ ਹੈ। ਹੁਣ ਆਪਾਂ ਬੱਚਿਓ ਪ੍ਰਸ਼ਨ ਉੱਤਰ ਕਰਾਂਗੇ। ਜ਼ੁਬਾਨੀ ਅਭਿਆਸ। ਪ੍ਰਸ਼ਨ ਨੰਬਰ 1 ਹੈਗੇ, ਤਿਤਲੀ ਕਿਹੋ ਜਿਹੀ ਹੁੰਦੀ ਹੈ? ਤਾਂ ਬੱਚਿਓ ਤਿਤਲੀ ਕਿਹੋ ਜਿਹੀ ਹੁੰਦੀ ਹੈ? ਤਿਤਲੀ ਸਤਰੰਗੀ ਹੁੰਦੀ ਹੈ। ਪ੍ਰਸ਼ਨ ਨੰਬਰ 2, ਖਰਗੋਸ਼ ਕਿੱਥੇ ਰਹਿੰਦੇ ਹਨ? ਖਰਗੋਸ਼ ਘੁਰਨਿਆਂ ਵਿੱਚ ਰਹਿੰਦੇ ਹਨ। ਨੰਬਰ 3, ਫੁੱਲਾਂ ਦੇ ਬੀਜ ਕਿਵੇਂ ਬਣਦੇ ਹਨ? ਤਿਤਲੀਆਂ ਦੁਬਾਰਾ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਲਿਜਾਣ ਕਰਕੇ ਬੀਜ ਬਣਦੇ ਹਨ। ਨੰਬਰ 4, ਟਾਪੂ ਕਿਸ ਨੂੰ ਕਹਿੰਦੇ ਹਨ? ਚਾਰੇ ਪਾਸਿਓਂ ਪਾਣੀ ਨਾਲ ਘਿਰੀ ਧਰਤੀ ਦੇ ਪਿੱਛੇ ਨੂੰ ਟਾਪੂ ਕਹਿੰਦੇ ਹਨ। ਬੱਚਿਓ ਆਪਾਂ ਇੱਥੇ ਪਿੱਛੇ ਨਹੀਂ ਲਿਖਾਂਗੇ, ਇੱਥੇ ਆਪਾਂ ਹਿੱਸਾ ਲਿਖਾਂਗੇ, ਠੀਕ ਹੈ। ਧਰਤੀ ਦੇ ਹਿੱਸੇ ਨੂੰ ਟਾਪੂ ਕਹਿੰਦੇ ਹਨ। ਤਾਂ ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਕਰ ਸਕਦੇ ਹੋ। ਕਹਾਣੀ ਵਿੱਚ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ। ਠੀਕ ਹੈ, ਆਪਾਂ ਨੂੰ ਪੈਰਾ ਦਿੱਤਾ ਗਿਆ ਹੈ, ਡੱਬੇ ਖਰਗੋਸ਼ ਦੇ ਜਾਣ ਪਿੱਛੋਂ ਤੋਂ ਲੈ ਕੇ ਉਹ ਮੁਸਕਰਾਇਆ, ਇੰਨਾ ਆਪਾਂ ਪੈਰਾ ਪੜ੍ਹਾਂਗੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਪ੍ਰਸ਼ਨ ਪੁੱਛੇ ਗਏ ਨੇ ਉਹਨਾਂ ਦੇ ਉੱਤਰ ਦੇਵਾਂਗੇ। ਤਾਂ ਆਪਾਂ ਨੂੰ ਪ੍ਰਸ਼ਨ ਕਿਹੜਾ ਪੁੱਛਿਆ ਗਿਆ? ਤਿਤਲੀ ਉੱਡ ਕੇ ਕਿੱਥੇ ਪਹੁੰਚ ਗਈ? ਉੱਤਰ ਹੈਗਾ, ਤਿਤਲੀ ਉੱਡ ਕੇ ਝੀਲ ਦੇ ਅਗਲੇ ਪਾਰ ਪਹੁੰਚ ਗਈ। ਪ੍ਰਸ਼ਨ ਨੰਬਰ 2 ਹੈਗਾ, ਝੀਲ ਦੇ ਅਗਲੇ ਪਾਰ ਸਾਹਮਣੇ ਕੀ ਸੀ? ਝੀਲ ਦੇ ਅਗਲੇ ਪਾਰ ਫੁੱਲਾਂ ਦੀ ਵਾਦੀ ਸੀ। ਨੰਬਰ 3, ਫੁੱਲਾਂ ਦੀ ਵਾਦੀ ਵਿੱਚ ਕੀ ਸੀ?
ਫੁੱਲਾਂ ਦੀ ਬਾਦੀ ਵਿੱਚ ਖਰਗੋਸ਼ਾਂ ਦੇ ਘੁਰਨੇ ਸਨ। ਬੁੱਢਾ ਖਰਗੋਸ਼ ਕੀ ਕਰ ਰਿਹਾ ਸੀ? ਬੁੱਢਾ ਖਰਗੋਸ਼ ਚੁੱਪਚਾਪ ਤਿਤਲੀ ਨੂੰ ਵੇਖ ਰਿਹਾ ਸੀ। ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਡੱਬਾ ਖਰਗੋਸ਼ ਉਸ ਨੂੰ ਡੈਸ਼ ਨਹੀਂ ਸੀ ਲੈਣ ਦੇ ਰਿਹਾ। ਕੀ ਨਹੀਂ ਸੀ ਲੈਣ ਦੇ ਰਿਹਾ? ਚੈਨ। ਨਿੱਕੇ ਤੋਂ ਨਿੱਕੇ ਜੀਵ ਦੀ ਵੀ ਆਪਣੀ ਡੈਸ਼ ਹੁੰਦੀ ਹੈ। ਕੀ ਹੁੰਦੀ ਹੈ ਬੱਚਿਓ? ਸ਼ਕਤੀ। ਡੱਬੇ ਖਰਗੋਸ਼ ਦੀ ਆਵਾਜ਼ ਵਿੱਚ ਡੈਸ਼ ਸੀ। ਕੀ ਸੀ ਬੱਚਿਓ? ਬੇਬਸੀ। ਅਸੀਂ ਤਾਂ ਸਭ ਦੇ ਡੈਸ਼ ਹਾਂ। ਕੀ ਹਾਂ? ਦੋਸਤ। ਅਸੀਂ ਤਾਂ ਡੈਸ਼ ਦੋਸਤ ਹਾਂ। ਕਿਸ ਦੇ? ਸਭ ਦੇ। ਠੀਕ ਹੈ, ਇਸ ਤਰ੍ਹਾਂ ਇਹ ਖਾਲੀ ਥਾਵਾਂ ਤੁਸੀਂ ਭਰ ਸਕਦੇ ਹੋ। ਅੱਗੇ ਹੈਗਾ ਬੱਚਿਓ, ਹੇਠ ਲਿਖੇ ਸ਼ਬਦਾਂ ਦੇ ਸਮਾਨਾਰਥਕ ਸ਼ਬਦਾਂ ਨੂੰ ਮਿਲਾਓ। ਠੀਕ ਹੈ, ਸਮਾਨਾਰਥਕ ਕੀ ਹੁੰਦੇ ਨੇ? ਜਿਨ੍ਹਾਂ ਦੇ ਅਰਥ ਇੱਕੋ ਜਿਹੇ ਹੋਣ। ਜਿਵੇਂ ਨਿੱਕੀ, ਛੋਟੀ, ਸ਼ਕਤੀ, ਤਾਕਤ, ਪਰਾਂ ਵਰਗੇ, ਖੰਭਾਂ ਵਰਗੇ, ਚੇਤਾ, ਯਾਦ ਸ਼ਕਤੀ, ਦੋਸਤ, ਮਿੱਤਰ, ਹਉਮੈ, ਹੰਕਾਰ। ਹੇਠ ਲਿਖੀਆਂ ਸਤਰਾਂ ਵਿੱਚ ਢੁਕਵੇਂ ਵਿਸ਼ਰਾਮ ਚਿੰਨ੍ਹ ਲਾਓ। ਬੱਚਿਓ ਆਪਾਂ ਨੂੰ ਸਤਰਾਂ ਦਿੱਤੀਆਂ ਹੋਈਆਂ ਸੀ, ਆਪਾਂ ਨੇ ਉਹਨਾਂ ਦੇ ਵਿੱਚ ਕੋਮੇ ਲਾਉਣੇ ਨੇ, ਡੰਡੀ ਲਾਉਣੀ ਹੈ। ਠੀਕ ਹੈ, ਅਸੀਂ ਲਿਖਿਆ ਹੋਇਆ ਉਸ ਨੂੰ ਦੁਬਾਰਾ ਤੁਸੀਂ ਦੇਖ ਸਕਦੇ ਹੋ। ਪਹਿਲਾਂ ਆਪਾਂ 2 ਕੋਮੇ ਲਾਵਾਂਗੇ। ਤੂੰ ਇੰਨੀ ਨਿੱਕੀ ਵੀ ਨਹੀਂ ਕਿ ਤੈਨੂੰ ਵੇਖ ਨਾ ਸਕਾਂ। ਫਿਰ 2 ਕੋਮੇ ਲਾ ਕੇ ਬੰਦ ਕਰ ਦਾਂਗੇ। ਫਿਰ 1 ਕੋਮਾ ਲਾਵਾਂਗੇ। ਖਰਗੋਸ਼ ਬੋਲਿਆ, ਇੱਥੇ ਆਪਾਂ ਡੰਡੀ ਲਾਵਾਂਗੇ। ਠੀਕ ਹੈ, ਤਿਤਲੀ ਨੇ ਲੰਮਾ ਸਾਹ ਭਰਿਆ, ਕੋਮਾ। ਠੀਕ ਹੈ, ਫਿਰ 2 ਕੋਮੇ ਲਾਵਾਂਗੇ। ਮੈਂ ਤਾਂ ਤੇਥੋਂ ਬਹੁਤ ਕਮਜ਼ੋਰ ਹਾਂ। ਫਿਰ ਇੱਥੇ ਕੋਮਾ। ਠੀਕ ਹੈ, ਫਿਰ ਤੂੰ ਮੈਨੂੰ ਤੰਗ ਕਿਉਂ ਕਰ ਰਿਹਾ ਏ? ਇੱਥੇ ਕੁਐਸਚਨ ਮਾਰਕ ਲਾਵਾਂਗੇ ਅਤੇ 2 ਕੋਮਿਆਂ ਦੇ ਵਿੱਚ ਬੰਦ ਕਰ ਦਾਂਗੇ। ਇਹਨੂੰ ਸਾਰਿਆਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਆਪਣੀ ਕਾਪੀ ਉੱਪਰ ਲਿਖ ਸਕਦੇ ਹੋ। ਅਧੂਰੀ ਕਹਾਣੀ ਪੂਰੀ ਕਰੋ। ਬੱਚਿਓ ਆਪਾਂ ਨੂੰ ਅੱਧੀ ਕਹਾਣੀ ਦਿੱਤੀ ਹੋਈ ਹੈ, ਆਪਾਂ ਇਸ ਨੂੰ ਪੂਰੀ ਕਰਾਂਗੇ। ਇੱਕ ਵਾਰ ਦੀ ਗੱਲ ਹੈ, ਮੈਂ ਛੁੱਟੀ ਹੋਣ 'ਤੇ ਘਰ ਆ ਕੇ ਆਪਣੀ ਸਾਈਕਲ ਬਰਾਂਡੇ ਵਿੱਚ ਖੜ੍ਹੀ ਕੀਤੀ। ਜਦੋਂ ਮੈਂ ਆਪਣਾ ਬਸਤਾ ਚੁੱਕਣ ਲੱਗਾ ਤਾਂ ਹੇਠਾਂ ਬਰਾਂਡੇ ਵਿੱਚ ਕੱਖਾਂ ਦਾ ਢੇਰ ਵੇਖਿਆ। ਮੈਂ ਛੱਤ ਵੱਲ ਵੇਖਿਆ ਤਾਂ ਪਤਾ ਲੱਗਿਆ ਉੱਥੇ ਇੱਕ ਚਿੜੀ ਆਪਣਾ ਆਲ੍ਹਣਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਸ ਜਗ੍ਹਾ ਚਿੜੀ ਨੇ ਆਲ੍ਹਣਾ ਪਾਉਣਾ ਸੀ, ਉੱਥੇ ਲੋਹੇ ਦੇ ਪੈਂਪ ਤੋਂ ਕੱਖ ਤਿਲਕ ਕੇ ਹੇਠਾਂ ਡਿੱਗੀ ਜਾ ਰਹੇ ਸਨ। ਮੈਂ ਆਪਣਾ ਬਸਤਾ ਰੱਖਣ ਅੰਦਰ ਚਲਾ ਗਿਆ। ਫਿਰ ਮੈਨੂੰ ਸਾਡੇ ਅਧਿਆਪਕ ਦੀ ਗੱਲ ਯਾਦ ਆਈ। ਉਹਨਾਂ ਨੇ ਇੱਕ ਦਿਨ ਸ਼੍ਰੇਣੀ ਵਿੱਚ ਸਾਨੂੰ ਕਿਹਾ ਸੀ ਕਿ ਸਾਨੂੰ ਪੰਛੀਆਂ ਨਾਲ ਵੀ ਮਿੱਤਰਤਾ ਕਰਨੀ ਚਾਹੀਦੀ ਹੈ। ਮੇਰੇ ਦਿਮਾਗ ਵਿੱਚ ਇੱਕ ਖਿਆਲ ਆਇਆ। ਮੈਂ ਬਾਹਰੋਂ ਇੱਕ ਰੱਸੀ ਦਾ ਬਿੰਨਾ ਬਣਾਇਆ ਅਤੇ ਜਿਸ ਵਿੱਚ ਪਾਈਪ ਉੱਤੇ ਚਿੜੀ ਆਲ੍ਹਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉੱਥੇ ਇਸ ਤਰ੍ਹਾਂ ਬੰਨ੍ਹਿਆ ਕਿ ਚਿੜੀ ਦੁਬਾਰਾ ਰੱਖੇ ਕੱਖ ਹੇਠਾਂ ਨਾ ਡਿੱਗਣ। ਜਦੋਂ ਮੈਂ ਦੂਜੇ ਦਿਨ ਸਕੂਲੋਂ ਘਰ ਆ ਕੇ ਵੇਖਿਆ ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ। ਚਿੜੀ ਨੇ ਆਪਣਾ ਆਲ੍ਹਣਾ ਉਸ ਬਿੰਨੇ ਦੇ ਉੱਪਰ ਪੂਰਾ ਬਣਾ ਲਿਆ ਸੀ। ਕੁਝ ਦਿਨ ਬਾਅਦ ਚਿੜੀ ਨੇ ਉਸ ਆਲ੍ਹਣੇ ਵਿੱਚ 2 ਨਿੱਕੇ ਮਟਮੈਲੇ ਆਂਡੇ ਦਿੱਤੇ। ਕੁਝ ਦਿਨ ਚਿੜੀ ਆ ਕੇ ਉਹਨਾਂ ਉੱਤੇ ਬੈਠਦੀ ਰਹੀ। ਕੁਝ ਦਿਨਾਂ ਮਗਰੋਂ ਉਹਨਾਂ ਵਿੱਚੋਂ 2 ਨਿੱਕੇ ਨਿੱਕੇ ਬੋਟ ਨਿਕਲੇ। ਇਹਨਾਂ ਬਾਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਚਿੜੀ ਬਾਹਰੋਂ ਦਾਣੇ ਜਾਂ ਕੀੜੇ ਮਕੌੜੇ ਚੁੱਕ ਕੇ ਲਿਆਉਣ ਲੱਗੀ। ਬੋਟ ਅੱਗੋਂ ਚੀਂ ਚੀਂ ਕਰਦੇ ਹੋਏ ਆਪਣੇ ਨਿੱਕੇ ਨਿੱਕੇ ਮੂੰਹ ਖੋਲ੍ਹ ਕੇ ਅੱਗੇ ਵਧਾਉਂਦੇ ਸਨ ਅਤੇ ਚਿੜੀ ਉਹਨਾਂ ਵਿੱਚ ਦਾਣੇ ਜਾਂ ਕੀੜਾ ਮਕੌੜਾ ਪਾ ਦਿੰਦੀ ਸੀ। ਇਹ ਖੇਡ 15 ਕੁ ਦਿਨ ਚੱਲਦੀ ਰਹੀ। ਹੁਣ ਬੱਚਿਆਂ ਦੇ ਨਿੱਕੇ ਨਿੱਕੇ ਖੰਭ ਵੀ ਨਿਕਲ ਆਏ ਸਨ। ਅਗਲੇ ਕੁਝ ਦਿਨਾਂ ਵਿੱਚ ਉਹ ਬੱਚੇ ਹੋਰ ਵੀ ਪਲ ਗਏ। ਇੱਕ ਦਿਨ ਮੈਂ ਦੇਖਿਆ ਕਿ ਇੱਕ ਬੱਚਾ ਉੱਡ ਕੇ ਨੇੜੇ ਦੀ ਕੰਧ ਉੱਤੇ ਜਾ ਬੈਠਾ ਸੀ ਅਤੇ ਫਿਰ ਉਸਨੇ ਇੱਕ ਹੋਰ ਉਡਾਰੀ ਮਾਰੀ ਅਤੇ ਸਾਹਮਣੇ ਦਰੱਖਤ ਦੀ ਟਾਹਣੀ ਉੱਤੇ ਜਾ ਬੈਠਾ। ਅਗਲੇ ਦਿਨ ਦੂਜਾ ਬੱਚਾ ਵੀ ਉੱਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਥੋੜ੍ਹਾ ਜਿਹਾ ਉੱਡ ਕੇ ਫਿਰ ਡਿੱਗ ਪੈਂਦਾ ਸੀ। ਮੈਂ ਉਸਨੂੰ ਮੁੜ ਆਲ੍ਹਣੇ ਵਿੱਚ ਰੱਖ ਦਿੱਤਾ। ਉਸ ਤੋਂ ਅਗਲੇ ਦਿਨ ਉਹ ਮੈਨੂੰ ਦਿਸਿਆ ਹੀ ਨਾ। ਚਿੜੀ ਵੀ ਉਸ ਆਲ੍ਹਣੇ ਵਿੱਚ ਹੁਣ ਘੱਟ ਹੀ ਆਉਂਦੀ ਸੀ। ਤਾਂ ਬੱਚਿਓ ਇਹ ਪਾਠ ਜਿਹੜਾ ਪੂਰਾ ਹੋ ਗਿਆ। ਅਗਲੇ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ, ਜਿਸ ਵਿੱਚ ਤੁਹਾਨੂੰ ਪਲੇਲਿਸਟ ਮਿਲ ਜਾਵੇਗੀ। ਧੰਨਵਾਦ।